ਸਤਿ ਸ੍ਰੀ ਅਕਾਲ ਦੋਸਤੋ, ਨੌਲ ਇਫੈਕਟ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਉਹਨਾਂ ਬਿੱਲਾਂ ਬਾਰੇ ਗੱਲ ਕਰਾਂਗੇ ਜੋ ਸਰਕਾਰ ਲੈ ਕੇ ਆਈ ਹੈ ਕਿਸਾਨਾਂ ਲਈ। ਸਰਕਾਰ ਤਾਂ ਕਹਿੰਦੀ ਹੈ ਵੀ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ, ਪਰ ਕਿਸਾਨ ਕਹਿ ਰਿਹਾ ਵੀ ਇਹ ਬਿੱਲ ਸਾਡੇ ਵਿਰੁੱਧ ਹਨ। ਤੇ ਫੈਸਲਾ ਦੋਸਤੋ ਤੁਸੀਂ ਕਰਨਾ ਹੈ ਵੀ ਇਹ ਬਿੱਲ ਕਿਸਾਨਾਂ ਦੇ ਵਿਰੋਧ ਵਿੱਚ ਹਨ ਜਾਂ ਕਿਸਾਨਾਂ ਦੇ ਹੱਕ ਵਿੱਚ। ਤਾਂ ਆਓ ਦੋਸਤੋ ਜਾਣਦੇ ਹਾਂ ਇਹਨਾਂ ਬਿੱਲਾਂ ਬਾਰੇ। ਸਭ ਤੋਂ ਪਹਿਲਾ ਬਿੱਲ ਜੋ ਸਰਕਾਰ ਕਿਸਾਨਾਂ ਲਈ ਲੈ ਕੇ ਆਈ ਹੈ ਉਹ ਹੈ ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ 2020। ਇਸ ਬਿੱਲ ਵਿੱਚ ਸਰਕਾਰ APMC ਨੂੰ ਖਤਮ ਕਰ ਰਹੀ ਹੈ। ਮਤਲਬ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਤੋਂ ਬਾਹਰ ਕਿਤੇ ਵੀ ਵੇਚ ਸਕਦਾ ਹੈ। ਸਰਕਾਰ ਦਾ ਇਹ ਕਹਿਣਾ ਹੈ ਵੀ ਇਸ ਰਾਹੀਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਭਰਨਾ ਪੈਂਦਾ। ਜੋ ਟੈਕਸ ਉਹਨਾਂ ਨੂੰ ਮੰਡੀਆਂ ਵਿੱਚ ਲੱਗਦਾ ਹੈ ਉਹ ਬਾਹਰ ਨਹੀਂ ਲੱਗੇਗਾ। ਮਤਲਬ ਇਸ ਰਾਹੀਂ ਉਹ ਪ੍ਰਾਈਵੇਟ ਪਲੇਅਰਾਂ ਨੂੰ ਆਪਦੀ ਫਸਲ ਸਿੱਧੀ ਵੇਚ ਸਕਦੇ ਹਨ ਤੇ ਜਿੱਥੇ ਕਿਸਾਨਾਂ ਨੂੰ ਵੱਧ ਕੀਮਤ ਮਿਲਦੀ ਹੈ ਉਹ ਆਪਣੀ ਫਸਲ ਉੱਥੇ ਵੇਚ ਸਕਦੇ ਹਨ। ਪਰ ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਵੀ ਇਸ ਬਿੱਲ ਦੇ ਨਾਲ MSP ਖਤਮ ਹੋ ਜਾਵੇਗਾ। MSP ਮਤਲਬ ਮਿਨੀਮਮ ਸਪੋਰਟ ਪ੍ਰਾਈਸ। ਇਹ ਉਹ ਕੀਮਤ ਹੁੰਦੀ ਹੈ ਜੋ ਸਰਕਾਰ ਤੈਅ ਕਰਦੀ ਹੈ ਤੇ ਇਸ ਤੋਂ ਘੱਟ ਕੀਮਤ ਵਿੱਚ ਕੋਈ ਵੀ ਕਿਸਾਨ ਤੋਂ ਫਸਲ ਨਹੀਂ ਖਰੀਦ ਸਕਦਾ। ਸਰਕਾਰ ਨੇ MSP ਚਾਲੂ ਰਹਿਣ ਦਾ ਕੋਈ ਲਿਖਤੀ ਪ੍ਰਮਾਣ ਨਹੀਂ ਦਿੱਤਾ। ਇਸ ਲਈ ਕਿਸਾਨ ਨੂੰ ਡਰ ਹੈ ਵੀ ਪ੍ਰਾਈਵੇਟ ਪਲੇਅਰ ਸਾਨੂੰ 1-2 ਸਾਲ ਤਾਂ ਫਸਲ ਦਾ ਵਧੀਆ ਰੇਟ ਦੇ ਦੇਣਗੇ, ਪਰ ਇਸ ਤੋਂ ਬਾਅਦ ਉਹ ਆਪਦੀ ਮਰਜ਼ੀ ਦਾ ਰੇਟ ਦੇਣਗੇ। ਉਹ ਰੇਟ ਕਿੰਨਾ ਵੀ ਹੋ ਸਕਦਾ ਹੈ। ਜਿਵੇਂ ਤੁਹਾਨੂੰ ਜੀਓ ਬਾਰੇ ਤਾਂ ਪਤਾ ਹੀ ਹੈ, ਸਟਾਰਟ ਉਹਨਾਂ ਨੇ ਵੀ ਫ੍ਰੀ ਤੋਂ ਕਰਿਆ ਸੀ। ਉਸੇ ਤਰ੍ਹਾਂ ਇਹ ਮਲਟੀਨੈਸ਼ਨਲ ਕੰਪਨੀਆਂ ਵੀ ਸ਼ੁਰੂ ਵਿੱਚ ਤੁਹਾਨੂੰ ਵੱਧ ਰੇਟ ਦਾ ਲਾਲਚ ਦੇਣਗੀਆਂ, ਪਰ ਬਾਅਦ ਵਿੱਚ ਤੁਹਾਡੀਆਂ ਫਸਲਾਂ ਸਸਤੇ ਰੇਟਾਂ ਦੇ ਖਰੀਦਣਗੀਆਂ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ। ਤੇ ਬਾਕੀ ਤਾਂ ਤੁਸੀਂ ਆਪ ਹੀ ਸਮਝਦਾਰ ਹੋ। ਤੇ ਸੋਚਣ ਵਾਲੀ ਗੱਲ ਇਹ ਵੀ ਹੈ ਵੀ ਛੋਟਾ ਕਿਸਾਨ ਆਪਣੀ ਫਸਲ ਬਾਹਰ ਵੇਚਣ ਨਹੀਂ ਜਾ ਸਕਦਾ, ਇਸ ਲਈ ਉਸ ਨੂੰ ਆਪਣੀ ਫਸਲ ਮੰਡੀ ਵਿੱਚ ਹੀ ਵੇਚਣੀ ਪਵੇਗੀ। ਪਰ ਜੇ ਸਰਕਾਰ ਨੇ MSP ਖਤਮ ਕਰ ਦਿੱਤਾ ਤਾਂ ਛੋਟਾ ਕਿਸਾਨ ਵੀ ਖਤਮ ਹੋ ਜਾਵੇਗਾ, ਕਿਉਂਕਿ ਛੋਟਾ ਕਿਸਾਨ ਆਪਣੀ ਫਸਲ ਬਾਹਰ ਲੈ ਕੇ ਨਹੀਂ ਜਾ ਸਕਦਾ। ਇਸ ਲਈ ਉਸ ਨੂੰ ਮਜਬੂਰੀ ਵਿੱਚ ਆਪਣੀ ਫਸਲ ਪ੍ਰਾਈਵੇਟ ਪਲੇਅਰਾਂ ਨੂੰ ਉਹਨਾਂ ਦੇ ਰੇਟ ਤੇ ਵੇਚਣੀ ਪਵੇਗੀ ਤੇ ਜਿਸ ਨਾਲ ਸ਼ਾਇਦ ਉਸ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਾ ਹੋ ਸਕਣ। ਤੇ ਹੁਣ ਅਗਲੇ ਬਿੱਲ ਦੀ ਗੱਲ ਕਰਦੇ ਹਾਂ, ਦਾ ਫਾਰਮਰ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸ ਆਰਡੀਨੈਂਸ 2020। ਇਸ ਬਿੱਲ ਵਿੱਚ ਕਿਸਾਨ ਪ੍ਰਾਈਵੇਟ ਪਲੇਅਰਾਂ ਨਾਲ 5 ਤੋਂ 10 ਸਾਲਾਂ ਦਾ ਐਗਰੀਮੈਂਟ ਕਰ ਸਕਦਾ ਹੈ। ਮਤਲਬ ਕਿਸਾਨ ਆਪਣੀ ਫਸਲ ਬੀਜਣ ਤੋਂ ਪਹਿਲਾਂ ਇੱਕ ਪ੍ਰਾਈਵੇਟ ਆਦਮੀ ਨੂੰ ਦੇ ਦੇਵੇਗਾ। ਕਿਸਾਨ ਨੂੰ ਉਹ ਫਸਲ ਉਹੀ ਰੇਟ ਤੇ ਦੇਣੀ ਪਵੇਗੀ ਜੋ ਰੇਟ ਉਹਨਾਂ ਨੇ ਪਹਿਲਾਂ ਫਿਕਸ ਕੀਤਾ ਸੀ। ਫਿਰ ਚਾਹੇ ਉਸ ਦਾ ਰੇਟ ਮਾਰਕੀਟ ਵਿੱਚ ਵੱਧ ਹੋਵੇ ਜਾਂ ਘੱਟ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਐਗਰੀਮੈਂਟ ਵਿੱਚ ਕਿਸਾਨ ਨੇ ਪਹਿਲਾਂ ਹੀ ਸਾਈਨ ਕਰ ਦਿੱਤੇ ਹੋਣਗੇ। ਸਰਕਾਰ ਦਾ ਕਹਿਣਾ ਹੈ ਵੀ ਹੁਣ ਕਿਸਾਨ ਨੂੰ ਆਪਣੀ ਫਸਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖਿਮ ਨਹੀਂ ਰਿਹਾ, ਪਰ ਕਿਸਾਨ ਇਸ ਤੋਂ ਉਲਟ ਇਹ ਕਹਿ ਰਿਹਾ ਹੈ ਵੀ ਹੁਣ ਉਸਦਾ ਆਪਣੀ ਫਸਲ ਨੂੰ ਲੈ ਕੇ ਜੋਖਿਮ ਵੱਧ ਗਿਆ ਹੈ, ਕਿਉਂਕਿ ਇੱਕ ਛੋਟਾ ਕਿਸਾਨ ਪ੍ਰਾਈਵੇਟ ਕੰਪਨੀਆਂ ਨੂੰ ਕੁਝ ਨਹੀਂ ਕਹਿ ਸਕਦਾ। ਫਿਰ ਚਾਹੇ ਉਹ ਉਸਦੇ ਫਿਕਸ ਰੇਟ ਤੋਂ ਉਸ ਨੂੰ ਘੱਟ ਹੀ ਕਿਉਂ ਨਾ ਦੇ ਦੇਣ, ਕਿਉਂਕਿ ਉਹਨਾਂ ਪ੍ਰਾਈਵੇਟ ਕੰਪਨੀਆਂ ਦੀ ਪਹੁੰਚ ਬਹੁਤ ਅੱਗੇ ਤੱਕ ਹੁੰਦੀ ਹੈ ਤੇ ਇੱਕ ਛੋਟੇ ਕਿਸਾਨ ਦੀ ਪਹੁੰਚ ਇੰਨੀ ਉੱਤੇ ਤੱਕ ਨਹੀਂ ਹੁੰਦੀ। ਤੇ ਹੁਣ ਅਗਲੇ ਬਿੱਲ ਦੀ ਗੱਲ ਕਰੀਏ ਤਾਂ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ 2020। ਇਸ ਬਿੱਲ ਦਾ ਇਹ ਮਤਲਬ ਹੈ ਵੀ ਹੁਣ ਆਲੂ, ਪਿਆਜ਼, ਦਾਲਾਂ ਤੇ ਤਿਲ ਆਦਿ ਅਨਾਜ ਸਰਕਾਰ ਹੁਣ ਐਸੈਂਸ਼ੀਅਲ ਕਮੋਡਿਟੀ ਵਿੱਚੋਂ ਹਟਾ ਰਹੀ ਹੈ ਤੇ ਹੁਣ ਪ੍ਰਾਈਵੇਟ ਕੰਪਨੀਆਂ ਜਿੰਨਾ ਚਾਹੇ ਇਸ ਦਾ ਸਟਾਕ ਕਰ ਸਕਦੀਆਂ ਹਨ। ਹੁਣ ਸਟਾਕ ਨਾ ਕਰਨ ਵਾਲਾ ਐਕਟ ਖਤਮ ਕਰ ਦਿੱਤਾ ਗਿਆ ਹੈ, ਇਸ ਲਈ ਸਰਕਾਰ ਹੁਣ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਦੀ। ਪਰ ਸ਼ਰਤ ਇਹ ਹੈ ਵੀ ਉਸ ਵਕਤ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਯੁੱਧ ਜਾਂ ਆਫਤ ਨਾ ਆਈ ਹੋਵੇ। ਤੇ ਹੁਣ ਵੱਡੀਆਂ ਪ੍ਰਾਈਵੇਟ ਕੰਪਨੀਆਂ ਕਿਸਾਨ ਤੋਂ ਸਸਤੇ ਭਾਅ ਵਿੱਚ ਅਨਾਜ ਖਰੀਦ ਕੇ ਉਸ ਨੂੰ ਸਟੋਰ ਕਰ ਲੈਣਗੀਆਂ ਤੇ ਜਦ ਮਾਰਕੀਟ ਵਿੱਚ ਉਸ ਦੀ ਕਮੀ ਆਵੇਗੀ ਤਾਂ ਉਸ ਨੂੰ ਮਹਿੰਗੇ ਭਾਅ ਤੇ ਵੇਚਿਆ ਕਰਨਗੀਆਂ। ਤੇ ਦੋਸਤੋ ਫੈਸਲਾ ਤੁਸੀਂ ਕਰਨਾ ਹੈ ਵੀ ਇਸ ਕਿਸਾਨ ਵਿਰੋਧੀ ਬਿੱਲ ਦਾ ਤੁਸੀਂ ਵਿਰੋਧ ਕਰਨਾ ਹੈ ਜਾਂ ਨਹੀਂ। ਪਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਓ ਵੀ ਤੁਹਾਡਾ ਢਿੱਡ ਭਰਨ ਵਾਲਾ ਕਿਸਾਨ ਅੱਜ ਧਰਨਿਆਂ ਤੇ ਬੈਠਣ ਨੂੰ ਮਜਬੂਰ ਹੈ, ਉਸ ਨੂੰ ਸੁਣਨ ਵਾਲਾ ਕੋਈ ਨਹੀਂ। ਧੰਨਵਾਦ ਦੋਸਤੋ ਸਾਡਾ ਵੀਡੀਓ ਅੰਤ ਤੱਕ ਦੇਖਣ ਲਈ। ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਇਹਨਾਂ ਬਿੱਲਾਂ ਬਾਰੇ ਜਾਣ ਸਕਣ।